सत श्री अकाल सारिਆਂ ਨੂੰ। उम्मीद है ਤੁਸੀਂ ਸਾਰੇ ਆਪਣੇ ਘਰਾਂ ਵਿੱਚ ਸੁਰੱਖਿਅਤ ਹੋਵੋਗੇ। ਸਵਾਗਤ ਹੈ ਆਪ ਸਭ ਦਾ ਪੰਜਾਬੀ ਦੀ ਕਲਾਸ ਦੇ ਵਿੱਚ। ਮੈਂ ਗੁਤਿੰਦਰ ਕੌਰ ਹਾਜ਼ਰ ਹਾਂ ਆਪਣਾ ਅਗਲਾ ਲੈਕਚਰ ਲੈ ਕੇ। ਅੱਜ ਅਸੀਂ ਗੱਲ ਕਰਾਂਗੇ ਕਹਾਣੀ ਬਾਰੇ। ਕਹਾਣੀ ਜਨਮ ਦਿਨ। ਸਵਿੰਦਰ ਸਿੰਘ ਉੱਪਲ ਜੀ ਦੀ ਲਿਖੀ ਹੋਈ ਕਹਾਣੀ ਹੈ ਜਨਮ ਦਿਨ, ਜਿਹਦੇ ਬਾਰੇ ਅਸੀਂ ਗੱਲ ਕਰਨੀ ਹੈ। ਪਹਿਲਾਂ ਅਸੀਂ ਕਹਾਣੀਕਾਰ ਬਾਰੇ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ, ਫਿਰ ਅਸੀਂ ਕਹਾਣੀ 'ਤੇ ਚੱਲਾਂਗੇ, ਕਿਉਂਕਿ ਕਹਾਣੀਕਾਰ ਬਾਰੇ ਜਾਣਨਾ ਵੀ ਉਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਕਹਾਣੀ ਬਾਰੇ। ਕਹਾਣੀ ਦਾ ਮਨੋਰਥ ਜਿਹੜਾ ਹੈ ਉਹ ਕਹਾਣੀਕਾਰ ਦੀ ਸ਼ੈਲੀ ਨੂੰ ਪੇਸ਼ ਕਰਦਾ ਹੈ। ਤਾਂ ਗੱਲ ਜਿਹੜੀ ਹੈ ਜਨਮ ਦਿਨ ਕਹਾਣੀ ਦੀ ਹੈ ਅਤੇ ਇਹ ਲਿਖੀ ਹੈ ਸਵਿੰਦਰ ਸਿੰਘ ਉੱਪਲ ਜੀ ਨੇ। ਇਹਨਾਂ ਦਾ ਜਨਮ 8 ਅਪ੍ਰੈਲ 1924 ਨੂੰ ਹੋਇਆ ਸੀ। 8 ਅਪ੍ਰੈਲ 1924 ਨੂੰ ਪਿੰਡ ਧਮਿਆਲ, ਜੋ ਕਿ ਹੁਣ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਹੈ, ਉੱਥੇ ਹੋਇਆ ਸੀ। ਪਿਤਾ ਜੀ ਦਾ ਨਾਮ ਸ਼੍ਰੀ ਫਕੀਰ ਚੰਦ ਅਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਜੈਵੰਤੀ। ਉਹਨਾਂ ਦੀ ਜੇ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਹਿਲਾਂ MA ਅੰਗਰੇਜ਼ੀ ਕੀਤੀ ਅਤੇ ਫਿਰ ਜਦੋਂ ਭਾਰਤ ਦੀ ਵੰਡ ਹੋ ਗਈ, ਵੰਡ ਤੋਂ ਬਾਅਦ ਉਹ ਸ਼ਿਮਲੇ ਆ ਕੇ ਉਹਨਾਂ ਨੇ MA ਪੰਜਾਬੀ ਕੀਤੀ ਅਤੇ ਨਾਲ ਦੀ ਨਾਲ ਇਸ ਵਿੱਚ ਹੀ ਉਹਨਾਂ ਨੇ PhD ਦੀ ਡਿਗਰੀ ਹਾਸਿਲ ਕੀਤੀ ਹੈ। ਅਤੇ ਉਸ ਤੋਂ ਬਾਅਦ ਉਹ ਜਿਹੜੇ ਹੈਗੇ ਹੈ BM ਕਾਲਜ ਦੇ ਵਿੱਚ ਬਤੌਰ ਪੰਜਾਬੀ ਦੇ ਪ੍ਰੋਫੈਸਰ ਕੰਮ ਕਰਨ ਲੱਗੇ ਆ ਅਤੇ ਬਾਅਦ ਵਿੱਚ ਉਹ ਖਾਲਸਾ ਕਾਲਜ ਦਿੱਲੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗੇ ਰਹੇ ਆ। ਉੱਪਲ ਦੀ ਜੇਕਰ ਅਸੀਂ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਕਿ ਉਹਨਾਂ ਨੇ ਕਿੰਨੀਆਂ ਕੁ ਕਿਤਾਬਾਂ ਲਿਖੀਆਂ ਨੇ, ਤਾਂ ਉਹਨਾਂ ਦੇ ਇਹ ਲਿਖੇ ਹੋਏ ਕਹਾਣੀ ਸੰਗ੍ਰਹਿ ਨੇ ਜੋ ਉਹਨਾਂ ਦੇ ਮਿਲਦੇ ਆ ਸਾਨੂੰ। ਕੁੜੀ ਪੋਠੋਹਾਰ ਦੀ, ਟਹਿੰਦੇ ਮੁਨਾਰੇ, ਭਰਾ ਭਰਾਵਾਂ ਦੇ, ਦੁੱਧ ਤੇ ਬੁੱਧ, ਆਪਣਾ ਦੇਸ਼ ਪਰਾਇਆ ਦੇਸ਼, ਹਾਲਾਂ ਬੀ ਨਾਸ ਨਹੀਂ ਹੋਇਆ, ਲਛਮਣ ਰੇਖਾ, ਕੱਚਾ ਰੰਗ ਕਸੁੰਭ ਦਾ, ਵਾਸਾ ਸਵਰਗਾ ਦਾ। ਇਹ ਜਿਹੜੀਆਂ ਨੇ ਉਹਨਾਂ ਦੀਆਂ ਕਹਾਣੀ ਸੰਗ੍ਰਹਿ ਦੀਆਂ ਪੁਸਤਕਾਂ ਨੇ। ਇਹਨਾਂ ਤੋਂ ਬਿਨਾਂ ਵੀ ਉਹਨਾਂ ਨੇ ਕਈ ਕਿਤਾਬਾਂ ਜਿਹੜੀਆਂ ਹੋਰ ਲਿਖੀਆਂ ਨੇ, ਜਿਨ੍ਹਾਂ ਦੇ ਵਿੱਚ ਮੇਰੀ ਪ੍ਰਤੀਨਿਧੀ ਰਚਨਾ ਜਿਹੜੀ ਹੈ ਜੀਵਨ ਅਤੇ ਰਚਨਾ ਬਾਰੇ, ਵਿਧੀ ਅਤੇ ਵਿਚਾਰ, ਇਹਨਾਂ ਸੰਬੰਧੀ ਉਹਨਾਂ ਦੀਆਂ ਕੁਝ ਲਿਖਤਾਂ, ਕੁਝ ਕਿਤਾਬਾਂ ਜਿਹੜੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਜੇਕਰ ਉੱਪਲ ਦੇ ਆਪਾਂ ਪੁਰਸਕਾਰਾਂ ਦੀ ਗੱਲ ਕਰੀਏ, ਉਹਨਾਂ ਨੂੰ ਸਨਮਾਨ ਜਿਹੜੇ ਪ੍ਰਾਪਤ ਹੋਏ ਨੇ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋਂ ਉਹਨਾਂ ਦੀ ਜਿਹੜੀ ਕਹਾਣੀ ਸੰਗ੍ਰਹਿ ਲਛਮਣ ਰੇਖਾ, ਉਹਨਾਂ ਦੇ ਲਈ ਉਹਨਾਂ ਨੂੰ ਸਨਮਾਨ ਮਿਲਿਆ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀ ਉਹਨਾਂ ਨੂੰ ਪੁਰਸਕਾਰਿਤ ਕੀਤਾ ਗਿਆ। ਇਹਦੇ ਨਾਲ ਨਹੀਂ, ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਬੈਂਕਾਕ ਵੱਲੋਂ ਵੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਹਾਣੀ ਜਨਮ ਦਿਨ ਬਾਰੇ। ਹਾਂਜੀ, ਹੁਣ ਗੱਲ ਕਰਦੇ ਹਾਂ ਕਹਾਣੀ ਜਨਮ ਦਿਨ ਬਾਰੇ। ਜਨਮ ਦਿਨ ਕਹਾਣੀ ਸਵਿੰਦਰ ਸਿੰਘ ਉੱਪਲ ਦੀ ਖਾਸ ਰਚਨਾਵਾਂ ਦੇ ਵਿੱਚੋਂ ਹੈਗੀ ਹੈ, ਜਿਹੜੀ ਸਾਡੇ ਬਹੁਤ ਵੱਡੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦੀ ਹੈ। ਇਸ ਤੋਂ ਪਹਿਲਾਂ ਅਸੀਂ ਉਹਦੀ ਗੱਲ ਕਰੀਏ, ਪਹਿਲਾਂ ਅਸੀਂ ਇਹਨਾਂ ਦੇ ਪਾਤਰਾਂ ਦੀ ਗੱਲ ਕਰ ਲੈਂਦੇ ਹਾਂ ਕਿ ਜਨਮ ਦਿਨ ਦੇ ਵਿੱਚ ਕਿਹੜੇ ਕਿਹੜੇ ਪਾਤਰ ਨੇ। ਜਨਮ ਦਿਨ ਦੇ ਵਿੱਚ ਜਿਹੜਾ ਮੁੱਖ ਪਾਤਰ ਹੈ ਜੁਗਲ ਪ੍ਰਸਾਦ, ਇਹ ਮੁੱਖ ਪਾਤਰ ਦੇ ਤੌਰ 'ਤੇ ਇਸ ਕਹਾਣੀ ਦੇ ਵਿੱਚ ਵਿਚਰਦਾ ਹੈ। ਦੂਜਾ ਪਾਤਰ ਆਪਣੇ ਕੋਲ ਦੇਵਕੀ, ਜਿਹੜੀ ਕਿ ਜੁਗਲ ਪ੍ਰਸਾਦ ਦੀ ਪਤਨੀ ਹੈ। ਉਸ ਤੋਂ ਬਾਅਦ ਹੈ ਛੋਟਾ ਲੜਕਾ ਜੋਤੀ। ਜੋਤੀ ਜੁਗਲ ਪ੍ਰਸਾਦ ਅਤੇ ਦੇਵਕੀ ਦਾ ਸਭ ਤੋਂ ਹੋਣਹਾਰ ਬੱਚਾ ਹੈ, ਬੇਟਾ ਹੈ ਉਹਨਾਂ ਦਾ, ਜਿਹਦੇ ਧੁਰੇ 'ਤੇ ਇਹ ਕਹਾਣੀ ਅੱਗੇ ਘੁੰਮਦੀ ਆ। ਇਸ ਦੇ ਨਾਲ ਨਾਲ ਇਹਦੇ ਵਿੱਚ ਇੱਕ ਸਕੂਲ ਦੀ ਪ੍ਰਿੰਸੀਪਲ ਉਹ ਵਿੱਚ ਆਉਂਦੀ ਹੈ ਅਤੇ ਨਾਲ ਦੀ ਨਾਲ ਇੱਕ ਸੇਠ ਲਖਪਤ ਰਾਏ ਦੀ ਵੀ ਇਹਦੇ ਵਿੱਚ ਗੱਲ ਹੁੰਦੀ ਹੈ। ਤਾਂ ਇਹਨਾਂ ਪਾਤਰਾਂ ਦੇ ਨਾਲ ਹੀ ਇਹ ਕਹਾਣੀ ਜਿਹੜੀ ਹੈ ਸਾਰੀ ਆਪਣੇ ਵਿਸ਼ੇ ਨੂੰ ਪੇਸ਼ ਕਰਦੀ ਹੈ। ਹੁਣ ਅਸੀਂ ਕਹਾਣੀ ਨੂੰ ਪੜ੍ਹਾਂਗੇ। ਕਹਾਣੀ ਨੂੰ ਮੈਂ ਤੁਹਾਨੂੰ ਪੂਰਾ ਵਾਚਨ ਕਰਕੇ ਸੁਣਾਵਾਂਗੀ, ਤੁਸੀਂ ਇਹਨੂੰ ਧਿਆਨ ਨਾਲ ਸੁਣਨਾ ਹੈ ਅਤੇ ਸੁਣਨ ਤੋਂ ਬਾਅਦ ਅਸੀਂ ਕਹਾਣੀ ਦੇ ਸਿੱਟਿਆਂ ਨੂੰ ਵਿਚਾਰਾਂਗੇ ਕਿ ਅਸਲ ਦੇ ਵਿੱਚ ਕਹਾਣੀਕਾਰ ਕੀ ਕਹਿਣਾ ਚਾਹੁੰਦਾ ਹੈ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ। ਵਾਚਨ ਧਿਆਨ ਨਾਲ ਸੁਣਨਾ। ਹਾਂਜੀ, ਕਹਾਣੀ ਜਨਮ ਦਿਨ। ਪ੍ਰੋਫੈਸਰ ਸਵਿੰਦਰ ਸਿੰਘ ਉੱਪਲ। ਜਿਉਂ ਹੀ ਜੁਗਲ ਪ੍ਰਸਾਦ ਦੀ 5 ਰੁਪਏ ਤਨਖਾਹ ਵਧੀ, ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ ਅਤੇ ਨਵੀਆਂ ਵਿਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਕਿਸੇ ਸਕੂਲ ਵਿੱਚ ਦਾਖਲ ਕਰਾਉਣ ਦੀ ਚਿਰ ਸੋਚੀ ਸੱਦਰ ਪੂਰੀ ਕਰਨੀ ਚਾਹੀ। ਪਰ ਉਸਦੀ ਪਤਨੀ ਤਾਂ ਪਤੀ ਦੀ ਤਨਖਾਹ ਵਧਣ ਦੀ ਕਈ ਦਿਨਾਂ ਦੀ
ਲੱਗੀ ਆਸ ਰਾਹੀਂ ਘਰ ਦੀਆਂ ਕਈ ਥੋੜ੍ਹਾ ਪੂਰੀਆਂ ਕਰਨ ਦੀ ਸੋਚੀ ਬੈਠੀ ਸੀ। ਜੋਤੀ ਨੂੰ ਅਜਿਹੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਚਿਰ ਲਈ ਸੋਚੀ ਪੈ ਗਈ, ਪਰ ਆਖਰ ਇਹ ਆਖੇ ਬਿਨਾਂ ਨਾ ਰਹਿ ਸਕੀ। ਮੈਂ ਤੇ ਆਨੀ ਹਾਂ, ਜੋਤੀ ਨੂੰ ਕਿਸੇ ਛੋਟੇ-ਮੋਟੇ ਸਕੂਲ ਵਿੱਚ ਦਾਖਲ ਕਰਾ ਦਿਓ। ਅਸੀਂ ਕਿੱਥੋਂ ਭਰ ਸਕਨੇ ਆ 5 ਰੁਪਏ ਮਹੀਨਾ ਫੀਸ। ਓਏ ਭਲੀਏ ਲੋਕੇ, ਜਿਹੜੀ 5 ਰੁਪਏ ਤਨਖਾਹ ਵਧੀ ਹੈ, ਇਹੋ ਸਮਝੀ ਨਹੀਂ ਵਧੀ। ਹਾਏ ਹਾਏ, ਇੰਜ ਨਾ ਆਖੋ। ਤੇ ਜੋਤੀ ਨੂੰ ਚਾਵਾਂ ਮਲਹਾਰਾਂ ਨਾਲ ਨਵੀਨ ਵਿਉਂਤਾਂ ਅਨੁਸਾਰ ਚੱਲ ਰਹੇ ਲਾਗਲੇ ਸਕੂਲ ਵਿੱਚ ਦਾਖਲ ਕਰਾ ਦਿੱਤਾ। ਜੁਗਲ ਪ੍ਰਸਾਦ ਜਿੱਥੇ ਚਾਹੁੰਦਾ ਸੀ ਉਸਦਾ ਲੜਕਾ ਅੰਗਰੇਜ਼ੀ ਵਿੱਚ ਪ੍ਰਵੀਨ ਹੋਵੇ, ਉੱਥੇ ਉਹ ਜ਼ਿਆਦਾ ਇਸ ਕਰਕੇ ਸਕੂਲ ਵਿੱਚ ਮੁੰਡੇ ਨੂੰ ਦਾਖਲ ਕਰਾਉਣਾ ਜ਼ਰੂਰੀ ਸਮਝਦਾ ਸੀ। ਉੱਥੇ ਹਰ ਸ਼ਖਸੀਅਤ ਨੂੰ ਪੁੰਗਰਨ ਲਈ ਲੋੜੀਂਦੇ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਕਦੇ ਕਦੇ ਉਹ ਦਫ਼ਤਰ ਜਾਣ ਸਮੇਂ ਘਰੋਂ ਕੁਝ ਸਵੇਰੇ ਟੁਰ ਜਾਂਦਾ ਤੇ ਅਜਿਹੇ ਸਕੂਲਾਂ ਦੇ ਬਾਹਰ ਖਲੋ ਕੇ ਵੇਖਦਾ ਬੱਚੇ ਚੰਗੇ ਕੱਪੜੇ ਪਾਏ, ਊਚ ਨੀਚ ਤੋਂ ਬੇਲਾਗ, ਨਿੱਖਰੇ ਪੁੱਖਰੇ, ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ, ਆਪਸ ਵਿੱਚ ਪਿਆਰ ਨਾਲ ਖੇਡਦੇ। ਗਾਲ ਕੱਢਣੀ ਤਾਂ ਉਹਨਾਂ ਦੀ ਉਸਤਾਨੀਆਂ ਅਨੁਸਾਰ ਪਾਪ ਸੀ। ਬਿਨਾਂ ਝਿਜਕ ਉਹ ਹਰ ਇੱਕ ਨਾਲ ਗੱਲ ਕਰ ਲੈਂਦੇ ਤੇ ਉਤਸ਼ਾਹ ਭਰਪੂਰ ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ। ਇਹੋ ਜਿਹੀਆਂ ਹੀ ਕੁਝ ਗੱਲਾਂ ਸਨ ਜਿਨ੍ਹਾਂ ਕਰਕੇ ਜੁਗਲ ਪ੍ਰਸਾਦ ਦੀ ਚਿਰੋਕਣੀ ਸੱਦਰ ਸੀ ਕਿ ਉਹ ਵੀ ਆਪਣੇ ਨਿੱਕੇ ਲੜਕੇ ਨੂੰ ਅਜਿਹੇ ਸਕੂਲ ਵਿੱਚ ਦਾਖਲ ਕਰਾਏ। ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ, ਪਰ ਪੜ੍ਹਾ ਕੋਈ ਸਕਦਾ, ਕਿਉਂ ਜੋ ਇਹਨਾਂ ਸਕੂਲਾਂ ਦੀਆਂ ਮੁੱਛਾਂ ਦਾੜੀ ਤੋਂ ਵੀ ਵੱਡੀਆਂ ਹੁੰਦੀਆਂ। ਭਾਵ ਦਾਖਲਾ, ਵਰਦੀ, ਖੇਡਾਂ ਦੀ ਫੀਸ, ਖਾਣ ਪੀਣ ਦੇ ਪੈਸੇ ਆਦਿ ਕੁਝ ਅਜਿਹੀਆਂ ਰਕਮਾਂ ਹਨ ਜਿਨ੍ਹਾਂ ਨੂੰ ਦੇਣ ਨਾਲ ਹੀ ਮਨੁੱਖ ਦਾ ਕਚੂਮਰ ਹੀ ਨਿਕਲ ਜਾਂਦਾ। ਪਰ ਜੁਗਲ ਪ੍ਰਸਾਦ ਇਰਾਦੇ ਦਾ ਬੜਾ ਪੱਕਾ ਸੀ, ਇਸ ਕਰਕੇ ਉਸ ਇੱਧਰੋਂ ਉੱਧਰੋਂ ਮੰਗ ਕੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ 40 ਰੁਪਏ ਦੇਣ ਵੇਲੇ ਜਰਾ ਚੂੰ ਚਾਹ ਨਾ ਕੀਤੀ। ਮੁੰਡੇ ਨੂੰ ਸਕੂਲ ਵਿੱਚ ਦਾਖਲ ਕਰਾ ਕੇ ਉਹ ਬਹੁਤ ਖੁਸ਼ ਹੋਇਆ। ਅੱਜ ਬੜੇ ਮਾਣ ਨਾਲ ਟੁਰ ਰਿਹਾ ਸੀ। ਉਹ ਸੋਚਦਾ ਜੋਤੀ ਇਹੋ ਜਿਹੇ ਨਿਖਰੇ ਤੇ ਸਾਫ਼ ਵਾਤਾਵਰਨ ਵਿੱਚ ਪੜ੍ਹ ਕੇ ਬਹੁਤ ਲਾਇਕ ਬਣੇਗਾ। ਆਜ਼ਾਦ ਭਾਰਤ ਦਾ ਉਹ ਇੱਕ ਵੱਡਾ ਤੇ ਚੰਗਾ ਅਫਸਰ ਬਣ ਜਾਵੇਗਾ। ਸਾਡੇ ਉੱਡ ਰਹੇ ਭਾਰਤ ਨੂੰ ਅਜਿਹੇ ਅਫਸਰਾਂ ਦੀ ਸਖਤ ਲੋੜ ਹੈ। ਸਾਡੇ ਭਾਰਤ ਲਈ ਜੋਤੀ ਜੋਤ ਬਣ ਕੇ ਵਿਖਾਏਗਾ। ਜੋਤੀ ਜਿੱਥੇ ਲਾਇਕ ਸੀ ਉੱਥੇ ਸੋਹਣਾ ਵੀ ਰੱਜ ਪੁਕੇ ਸੀ। ਉਸਦੀ ਉਸਤਾਨੀ ਸਾਫ਼ ਅਤੇ ਚਿੱਟੇ ਕੱਪੜਿਆਂ ਵਿੱਚ ਚਮਕੇ ਉਸਦੇ ਰੂਪ ਸੁੰਦਰ ਨਕਸ਼ਾ ਨੂੰ ਵੇਖ ਕੇ ਪਿਆਰ ਕੀਤੇ ਬਿਨਾਂ ਨਾ ਰਹਿ ਸਕਦੀ। ਉਹ ਉਸਦਾ ਉਚੇਚਾ ਧਿਆਨ ਰੱਖਦੀ। ਮਹੀਨੇ ਪਿੱਛੋਂ ਜਦੋਂ ਉਸਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ। ਉਸਦੀ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖੁਸ਼ੀ ਪ੍ਰਗਟ ਕਰਨ ਦੇ ਨਾਲ ਜੁਗਲ ਪ੍ਰਸਾਦ ਨੂੰ ਅਜਿਹੇ ਕਾਬਲ ਤੇ ਲਾਇਕ ਸਪੁੱਤਰ ਦਾ ਪਿਓ ਹੋਣ 'ਤੇ ਵਧਾਈ ਘੱਲੀ। ਹੁਣ ਤਾਂ ਜੁਗਲ ਪ੍ਰਸਾਦ ਆਪਣੇ ਵਰਗਾ ਖੁਸ਼ਕਿਸਮਤ ਪਿਓ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਦਫ਼ਤਰ ਵਿੱਚ ਉਹ ਆਪਣੇ ਕਲਰਕ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲਾਂ ਬੜੇ ਮਾਣ ਨਾਲ ਕਰਦਾ। ਘਰ ਵਿੱਚ ਉਹ ਬਾਕੀ ਦੇ ਧੀਆਂ ਪੁੱਤਰਾਂ ਨੂੰ ਜੋਤੀ ਵਰਗਾ ਲਾਇਕ ਬਣਨ ਦੀ ਪ੍ਰੇਰਨਾ ਦਿੰਦਾ ਰਹਿੰਦਾ। ਦੇਵਕੀ ਨੂੰ ਕਈ ਵਾਰ ਕਹਿੰਦਾ, ਮੈਂ ਕਹਿੰਦਾ ਨਹੀਂ ਸੀ ਹੁੰਦਾ ਕਿ ਜੋਤੀ ਸਾਰੇ ਖਾਨਦਾਨ ਦਾ ਨਾਂ ਰੌਸ਼ਨ ਕਰੇਗਾ। ਇਹ ਗੱਲ ਸੁਣ ਕੇ ਉਸਦੀ ਪਤਨੀ ਦੇਵਕੀ ਵੀ ਆਪਣੇ ਆਪ ਉੱਤੇ ਦਿਲ ਹੀ ਦਿਲ ਵਿੱਚ ਇਸ ਗੱਲ ਕਾਰਨ ਮਾਣ ਕਰਦੀ ਕਿ ਆਖਰ ਇਹੋ ਜਿਹਾ ਲਾਇਕ ਚੰਨ ਪੁੱਤਰ ਜੰਮਿਆ ਤਾਂ ਮੈਂ ਹੀ ਹੈ ਨਾ। ਹਾਲਾਂਕਿ 6 ਮਹੀਨੇ ਹੀ ਲੰਘੇ ਸਨ। ਇੱਕ ਦਿਨ ਜੋਤੀ ਪ੍ਰਿੰਸੀਪਲ ਦੀ ਇੱਕ ਚਿੱਠੀ ਲਿਆਇਆ। ਜੁਗਲ ਪ੍ਰਸਾਦ ਉਸ ਨੂੰ ਪੜ੍ਹਦਿਆਂ ਹੀ ਖਿੜਪੁੜ ਗਿਆ। ਮੈਂ ਕਿਹਾ ਸੁਣਨੀ ਹੈ ਜੋਤੀ ਦੀ ਮਾਂ, ਇਹ ਵੇਖੋ। ਤੇ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ। ਉਹ ਜੋਤੀ ਨੂੰ ਪਿਆਰ ਤੇ ਪਿਆਰ ਦੇਈ ਜਾ ਰਿਹਾ ਸੀ, ਜਿਵੇਂ ਉਸ ਨੇ ਅੱਜ ਪਿਆਰ ਦੇਣ ਦਾ ਰਿਕਾਰਡ ਤੋੜ ਕੇ ਰੱਖ ਦੇਣਾ ਹੋਵੇ। ਤੇ ਜੋਤੀ ਵਿਚਾਰਾ ਹੈਰਾਨ ਪਰੇਸ਼ਾਨ ਪਿਓ ਦੇ ਮੂੰਹ ਵੱਲ ਵੇਖੀ ਜਾ ਰਿਹਾ ਸੀ। ਮੈਂ ਕਿਹਾ ਜੀ ਗੱਲ ਤੇ ਦੱਸੋ, ਇਤਨੇ ਖੁਸ਼ ਕਿਸ ਗੱਲੋਂ ਪਏ ਹੁੰਨੇ ਹੋ? ਦੇਵਕੀ ਵੀ ਗੱਲ ਜਾਣ ਕੇ ਇਹ ਖੁਸ਼ੀ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਹੋਣ ਲਈ ਉਤਾਵਲੀ ਹੋ ਰਹੀ ਸੀ। ਚੱਲ ਕਮਰੇ ਵਿੱਚ, ਇਹ ਗੱਲ ਜ਼ਰਾ ਆਰਾਮ ਨਾਲ ਦੱਸਣ ਵਾਲੀ ਏ। ਤੇ ਜੁਗਲ ਪ੍ਰਸਾਦ ਜੋਤੀ ਨੂੰ ਉਸੇ ਤਰ੍ਹਾਂ ਚੁੱਕ ਕੇ ਕਮਰੇ ਵਿੱਚ ਆ ਗਿਆ। ਦੇਵਕੀ ਵੀ ਖੁਸ਼ੀ ਲਈ ਤਿਆਰ ਹੁੰਦੀ ਹੋਈ ਉਤਾਵਲੀ ਪਤੀ ਦੇ ਪਿੱਛੇ ਪਿੱਛੇ ਕਮਰੇ ਵਿੱਚ ਆ ਗਈ। ਜ਼ਰਾ ਮੰਜੇ 'ਤੇ ਬੈਠ ਜਾ। ਜੁਗਲ ਪ੍ਰਸਾਦ ਮੁਸਕਰਾਇਆ ਅਤੇ ਕੁਰਸੀ ਉੱਤੇ ਬੈਠ ਕੇ ਆਈ ਚਿੱਠੀ ਨੂੰ ਫਿਰ ਪੜ੍ਹਨ ਲਈ ਐਨਕ ਨੂੰ ਨੱਕ ਉੱਤੇ ਠੀਕ ਜਮਾਉਣ ਲੱਗ ਪਿਆ। ਇੱਕ ਅੱਧ ਮਿੰਟ ਲਈ
ਉਹ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਨੂੰ ਫਿਰ ਪੜ੍ਹਦਾ ਰਿਹਾ ਤਾਂ ਜੋ ਉਹ ਸਾਰੀ ਦੀ ਸਾਰੀ ਖੁਸ਼ਖਬਰੀ ਨੂੰ ਆਪਣੀ ਜੀਵਨ ਸਾਥਣ ਨਾਲ ਸਾਂਝੀ ਕਰ ਸਕੇ। ਦੱਸੋ ਵੀ ਨਾ, ਫਿਰ ਦੇਵਕੀ ਨੇ ਇੰਜ ਮੁਸਕਰਾਉਂਦੇ ਆਖਿਆ ਜਿਵੇਂ ਉਸ ਤੋਂ ਹੋਰ ਉਡੀਕਣਾ ਅਸਹਿ ਹੋ ਰਿਹਾ ਸੀ। ਲੈ ਸੁਣ। ਤੇ ਫਿਰ ਉਸ ਐਨਕ ਉੱਚੀ ਕਰਕੇ ਹੌਲੀ ਹੌਲੀ ਦੇਵਕੀ ਨੂੰ ਸਮਝਾਉਂਦਿਆਂ ਕਿਹਾ, ਐਤਵਾਰ ਨੂੰ ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ, ਇਸ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਚੋਣਵੇਂ ਸਕੂਲਾਂ ਦੇ 2 ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਤੇ ਮੰਤਰੀ ਜੀ ਨੂੰ ਮਿਲਣਾ ਪਸੰਦ ਕਰਨਗੇ। ਕੇਜੀ ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ, ਇਹ ਉਹਨਾਂ ਨੂੰ ਹਾਰ ਪਾਏਗਾ। ਇਹ ਸੁਣਦਿਆਂ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ਇਹ ਮੇਰਾ ਲਾਲ ਜਾਏਗਾ ਏਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ। ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ। ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ। ਪਤਨੀ ਨੂੰ ਖੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸਾਦ ਹੋਰ ਗਦਗਦ ਹੋ ਗਿਆ। ਜੋਤੀ ਨੇ ਅੱਜ ਉਸ ਦੀ ਗੱਲ ਰੱਖ ਵਿਖਾਈ ਸੀ। ਫਿਰ ਉਸ ਅੱਖਾਂ ਮੀਚ ਲਈਆਂ ਤਾਂ ਜੋ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਏ। ਪਰ ਝੱਟ ਹੀ ਅੱਖਾਂ ਖੋਲ ਕੇ ਉਸ ਨੇ ਦੇਵਕੀ ਨੂੰ ਆਖਿਆ, ਹਾਂ ਸੱਚ, ਮੈਂ ਇਹ ਤਾਂ ਤੈਨੂੰ ਦੱਸਣਾ ਭੁੱਲ ਹੀ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ ਉੱਥੇ ਪਾ ਕੇ ਜਾਣ ਲਈ। ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜ੍ਹਦਿਆਂ ਹੀ ਆਖਦਾ ਗਿਆ, ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜਰਾਬਾਂ ਤੇ ਇੱਕ ਸੁਨਹਿਰੀ ਹਾਰ। ਇਹਨਾਂ ਚੀਜ਼ਾਂ ਦਾ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ। ਉਸਦੇ ਮੂੰਹ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ ਤੇ ਫਿਰ ਹੌਲੀ ਹੌਲੀ ਖੇੜੇ ਦੀ ਥਾਂ ਚਿੰਤਾ, ਦੁੱਖ ਤੇ ਕਲੇਸ਼ ਨੇ ਮੰਨ ਲਈ। ਉਸ ਇੰਜ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋ ਗਈ ਸੀ ਤੇ ਜਿਉਂ ਹੀ ਉਸਨੇ ਖੁਸ਼ੀ ਉਸ ਦੇ ਅੰਦਰ ਪੈਰ ਧਰਨ ਲਈ ਝੁਕਿਆ, ਕਿਸੇ ਨੇ ਅਚਾਨਕ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ। ਕੀ ਗੱਲ ਹੈ, ਉਦਾਸ ਹੋ ਗਈ ਹੈ? ਜੁਗਲ ਪ੍ਰਸਾਦ ਨੂੰ ਇਸ ਖੁਸ਼ੀ ਦੀ ਘੜੀ ਸਮੇਂ ਉਸਦਾ ਬਿਲ ਬਤੌਰੀ ਵਰਗਾ ਮੂੰਹ ਜਰਾ ਨਾ ਪਾਇਆ। ਮੈਂ ਸੋਚਦੀ ਹਾਂ, ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਵਾਂਗੇ? ਅੱਜ ਤੇ ਮਹੀਨੇ ਦੀ 26 ਤਰੀਕ ਹੈ ਤੇ ਘਰ ਮਸਾਂ 10-12 ਆਨੇ ਪਏ ਨੇ ਦਾਲ ਸਬਜ਼ੀ ਲਈ। ਹਾਲਾਂ ਤਾਂ ਪਿਛਲੇ ਮੰਗੇ 40 ਵੀ ਨਹੀਂ ਉਤਰੇ। ਇਸ ਕਰੜੀ ਅਸਲੀਅਤ ਨੇ ਤਾਂ ਜਿਵੇਂ ਜੁਗਲ ਪ੍ਰਸਾਦ ਨੂੰ ਵੀ ਹਿੱਠਾਂ ਪਟਾਕ ਮਾਰਿਆ ਹੋਵੇ। ਉਹ ਤਾਂ ਹਾਲਾਂ ਤੀਕ ਖੇੜੇ ਦੇ ਗਗਨ ਉੱਤੇ ਹੀ ਪਿਤਰੀ ਪਿਆਰ ਦੇ ਖੰਭ ਲਾਈ ਉਡਾਰੀਆਂ ਲਾਈ ਜਾ ਰਿਹਾ ਸੀ। ਉਸ ਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਨਹੀਂ ਸੀ ਗਿਆ। ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ ਖਾਦਿਆਂ ਦੰਦਾਂ ਹੇਠ ਆ ਕੇ ਕੱਟੀ ਗਈ ਜੀਭ ਸਾਰੇ ਦਾ ਸਾਰਾ ਸਵਾਦ ਮਾਰ ਦਿੰਦੀ ਹੈ, ਕੁਝ ਇਸੇ ਤਰ੍ਹਾਂ ਬੇਸਵਾਦੀ ਜੁਗਲ ਪ੍ਰਸਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤਾ। ਉਸ ਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਝ ਆਈ, ਜਿਹੜੀ ਕਦਮ ਉੱਤੇ ਉਸਦਾ ਰਾਹ ਆਣ ਰੋਕਦੇ ਸੀ। ਫਿਰ ਉਸਦੀ ਇਹ ਖਿਝ ਕ੍ਰੋਧ ਬਣ ਕੇ ਦੇਵਕੀ ਦੇ ਉੱਤੇ ਵਸ ਪਈ। ਬਸ ਤੂੰ ਹਰ ਵੇਲੇ ਇਹੋ ਹੀ ਰੋਣੇ ਰੋਂਦੀ ਰਿਹਾ ਕਰੀ। ਲੋਕੀ ਇਹੋ ਜਿਹੇ ਮੌਕਿਆਂ ਲਈ ਤਰਸਦੇ ਨੇ ਤੇ ਤੂੰ ਹੈ ਕਿ ਓਹੋ, ਤੁਸੀਂ ਤੇ ਐਵੇਂ ਹੀ ਪਏ ਗਰਮ ਹੁੰਦੇ ਹੋ ਕਿ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ, ਪਰ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਤੇ ਹੁਣ ਹੈ। ਐਵੇਂ ਥੁੱਕਾਂ ਨਾਲ ਤਾਂ ਵੜੇ ਨਹੀਂ ਪੱਕਦੇ। ਭਾਵੇਂ ਕੁਝ ਹੋ ਜਾਏ, ਇਹਨਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ, ਜੁਗਲ ਪ੍ਰਸਾਦ ਨੇ ਦ੍ਰਿੜਤਾ ਦੇ ਨਾਲ ਕਿਹਾ। ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨੇ। ਉਹ ਰੋਵੇਗੀ ਤਾਂ ਸਹੀ, ਪਰ ਮੈਂ ਉਸ ਨੂੰ ਪਰਚਾ ਲਵਾਂਗੀ। ਤੇ ਉਹ ਬੁਗਨੀ ਲੈਣ ਲਈ ਚਲੀ ਗਈ। ਦੇਵਕੀ ਦੇ ਜਾਣ ਉੱਤੇ ਜੁਗਲ ਪ੍ਰਸਾਦ ਨੇ ਸੋਚਿਆ, ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸਾ ਹੋਣ ਲੱਗ ਜਾਂਦਾ। ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜਾ ਦਿੰਦੀ ਹੈ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਲਈ ਯਪਕਦੇ ਫਿਰਨਾ। ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਖੁਸ਼ੀ ਨੂੰ ਖਰੀਦ ਸਕੀਏ? ਤੇ ਇਹ ਅਮੀਰ ਹਜ਼ਾਰਾਂ ਰੁਪਏ ਹੀ ਆਯਾਸ਼ੀ ਵਿੱਚ ਰੋੜਦੇ ਫਿਰਦੇ ਨੇ। ਅਸੀਂ ਗਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ ਜਿਤਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ। ਅਮੀਰਾਂ ਨੇ ਤਾਂ ਸਾਨੂੰ ਉਠਾਲਣਾ ਹੈ, ਅਮੀਰਾਂ ਨੇ ਤਾਂ ਨਾ ਸਾਨੂੰ ਉਠਾਲਣਾ ਹੈ ਤੇ ਨਾ ਹੀ ਕਦੇ ਉੱਠਣ ਦੇਣਾ ਹੈ। ਫਿਰ ਉਸਦਾ ਧਿਆਨ ਦੇਵਕੀ ਵੱਲ ਗਿਆ,
ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ ਤੰਗੀ ਤੁਰਸ਼ੀ ਦੇ ਪੂੜਾਂ ਵਿੱਚ ਹੀ ਪਿਸ ਰਹੀ ਸੀ। ਹੁਣ ਉਸਦੇ ਮਨ ਵਿੱਚ ਦੇਵਕੀ ਲਈ ਬਥੇਰੇ ਤਰਸ ਸੀ। ਵਿਚਾਰੀ ਕੀ ਕਰੇ? ਬੜੀ ਮੁਸ਼ਕਿਲ ਨਾਲ 150 ਵਿੱਚੋਂ 5 ਬੱਚਿਆਂ ਨੂੰ ਪਾਲਦੀ ਏ। ਮੈਂ ਕਿਹਾ ਜੀ ਗੁੱਡੀ ਦੀ ਬੁਗਨੀ ਚੋਂ 7.5 ਆਨੇ ਨਿਕਲੇ ਆ ਤੇ ਜੋਤੀ ਦੀ ਬੁਗਨੀ ਚੋਂ 12 ਆਨੇ। ਜੁਗਲ ਪ੍ਰਸਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ। ਉਹ ਸੋਚਿਆ ਸਕੂਲ ਵਾਲਿਆਂ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ, ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਏਗਾ। ਅੱਛਾ, ਪਰਵਾਹ ਨਹੀਂ, ਭਾਵੇਂ ਕੁਝ ਹੋ ਜਾਏ, ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਅੱਜ ਵੀਰਵਾਰ ਹੈ, ਵਿੱਚੋਂ ਦਿਨ ਤੇ ਹੋਏ ਸ਼ੁੱਕਰ ਤੇ ਸ਼ਨੀਚਰ, ਕੋਈ ਗੱਲ ਨਹੀਂ। ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ, ਕਿਸੇ ਤੋਂ ਕੁਝ ਪੈਸੇ ਫੜਨ ਲਈ, ਬਿਨਾਂ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਉਹ ਹੁਣੇ ਹੀ ਦਫ਼ਤਰੋਂ ਥੱਕਾ ਟੁੱਟਾ ਆਇਆ। ਘੰਟੇ ਪਿੱਛੋਂ ਜਦੋਂ ਮੁੜਿਆ ਤਾਂ ਉਹਦੀ ਜੇਬ ਵਿੱਚ ਰੁਪਏ ਦੇ 3 ਨੋਟ ਸਨ। ਉਸਨੂੰ ਇਹਨਾਂ 3 ਰੁਪਇਆਂ ਦਾ ਉਧਾਰ ਲੈਣ ਲਈ ਕਿੰਨੀਆਂ ਅੱਗੇ ਲਿਲਕੜੀਆਂ ਲੈਣੀਆਂ ਪਈਆਂ ਸਨ ਤੇ ਤਦ ਜਾ ਕੇ ਇੱਕ ਮਿੱਤਰ ਕੋਲੋਂ 3 ਰੁਪਏ ਫੜ ਸਕਿਆ ਸੀ। ਘਰ ਵਿੱਚ ਆ ਕੇ ਬਜਟ ਵਿੱਚ ਆਈ ਨਵੀਂ ਤੇੜ ਉੱਤੇ ਵਿਚਾਰ ਕੀਤੀ ਗਈ। ਇੱਕ ਫਟੀ ਸਫੇਦ ਚਾਦਰ ਵਿੱਚੋਂ ਗੁਆਂਢਣ ਦੀ ਮਸ਼ੀਨ ਤੇ ਮੈਂ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ। ਹਾਂ, ਚਿੱਟੀ ਨਿੱਕਰ ਦਾ ਕੱਪੜਾ ਵੀ ਬਾਜ਼ਾਰੋਂ ਹੀ ਲੈਣਾ ਪਏਗਾ ਤੇ ਸਵਾਣੀ ਵੀ ਦਰਜੀ ਤੋਂ ਪਏਗੀ। ਮੈਨੂੰ ਨਿੱਕਰ ਸਿਉਣ ਦੀ ਜਾਚ ਨਹੀਂ। ਦੇਵਕੀ ਨੇ ਪਤੀ ਨੂੰ ਇਹਨਾਂ ਪੈਸਿਆਂ ਨਾਲ ਹੀ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ। ਦੇਵਕੀ ਤੋਂ ਬੁਗਨੀਆਂ ਵਿੱਚੋਂ ਨਿਕਲਿਆ ਭੰਨ ਤੋੜ ਲੈ ਕੇ ਜਦੋਂ ਉਹ ਘਰੋਂ ਤੁਰਨ ਲੱਗਾ ਤਾਂ ਉਸ ਵੇਖਿਆ ਜੋਤੀ ਘਰ ਨਹੀਂ ਸੀ। ਸਾਰੇ ਪਾਸੇ ਭਾਲਿਆ ਪਰ ਉਹ ਨਜ਼ਰ ਨਾ ਆਇਆ। ਭਾਵੇਂ ਇਸ ਸਮੇਂ ਥੋੜਾ ਹਨੇਰਾ ਹੋ ਗਿਆ ਸੀ, ਪਰ ਜੁਗਲ ਪ੍ਰਸਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰ ਕੀਤੀ ਜਾਏ। ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ। ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ। ਉਸਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਕੇ ਉਹ ਸੋਚਿਆ, ਸੱਚ ਕਹਿੰਦੇ ਨੇ ਕਿ ਬਚਪਨ ਬਾਦਸ਼ਾਹੀ ਹੁੰਦੀ ਹੈ। ਇਸ ਨੂੰ ਕੋਈ ਫਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ, ਮਾਪੇ ਆਪੇ ਪਏ ਫਿਕਰ ਕਰਨ। ਕੋਈ 2 ਘੰਟਿਆਂ ਪਿੱਛੋਂ ਜਦੋਂ ਜੁਗਲ ਪ੍ਰਸਾਦ ਅਤੇ ਜੋਤੀ ਘਰ ਨੂੰ ਮੁੜ ਰਹੇ ਸਨ ਤਾਂ ਦੋਹਾਂ ਦੇ ਚਿਹਰੇ ਖਿੜੇ ਹੋਏ ਸੀ। ਜੋਤੀ ਤਾਂ ਇਸ ਲਈ ਖੁਸ਼ ਸੀ ਕਿ ਅੱਜ ਉਸ ਲਈ ਨਵੇਂ ਬੂਟ, ਜਰਾਬਾਂ ਤੇ ਨਿੱਕਰ ਦਾ ਕੱਪੜਾ ਆਦਿ ਚੀਜ਼ਾਂ ਖਰੀਦੀਆਂ ਗਈਆਂ ਸਨ, ਤੇ ਜੁਗਲ ਪ੍ਰਸਾਦ ਇਸ ਔਕੜ ਨੂੰ ਹੱਲ ਕਰਨ ਪਿੱਛੋਂ ਇਸ ਕਰਕੇ ਖੁਸ਼ ਸੀ ਕਿ ਉਹ ਆਪਣੇ ਹੋਣਹਾਰ ਬੱਚੇ ਨੂੰ ਮੰਤਰੀ ਦੇ ਜਨਮ ਦਿਨ ਦੇ ਸਮਾਗਮ ਤੇ ਹਰ ਹਾਲਤ ਘੱਲ ਸਕੇਗਾ। ਉਹ ਦਰਜੀ ਨੂੰ ਸ਼ਨੀਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਾਕੀਦ ਕਰ ਆਇਆ ਸੀ। ਉਹ ਰਸਤੇ ਵਿੱਚ ਸੋਚਦਾ ਆਇਆ ਸੀ ਕਿ ਸੱਚ ਕਹਿੰਦੇ ਨੇ ਕਿ ਇੱਕੋ ਹੋਣਹਾਰ ਬੱਚਾ ਹੀ ਘਰ ਦੇ ਨਾਂ ਨੂੰ ਚਮਕਾ ਦਿੰਦਾ ਹੈ। ਐਤਵਾਰ ਵਾਲੇ ਦਿਨ ਜਿੱਥੇ ਹੋਰ ਚੋਣਵੇਂ ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ, ਉਹਨਾਂ ਵਿੱਚ ਮੇਰਾ ਜੋਤੀ ਵੀ ਹੋਵੇਗਾ। ਜਦੋਂ ਇਸ ਦਾ ਨਾਂ ਬੋਲਿਆ ਜਾਏਗਾ, ਜੋਤੀ ਪ੍ਰਸਾਦ ਸਪੁੱਤਰ ਲਾਲਾ ਜੁਗਲ ਪ੍ਰਸਾਦ, ਤਾਂ ਉੱਥੇ ਬੈਠੇ ਹੋਰ ਪਤਵੰਤਿਆਂ ਤੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਇਹ ਮੁੰਡਾ ਜੁਗਲ ਪ੍ਰਸਾਦ ਦਾ ਹੈ। ਫਿਲਮ ਲਈ ਜਾਏਗੀ, ਅਖਬਾਰ ਵਿੱਚ ਇਸ ਦਾ ਨਾਂ ਆਏਗਾ, ਹੋ ਸਕਦਾ ਹੈ ਇਸ ਦੀ ਤਸਵੀਰ ਵੀ ਆਏ। ਇਹ ਸੋਚ ਕੇ ਉਸ ਦੀਆਂ ਵਾਛਾਂ ਖਿਲ ਗਈਆਂ ਤੇ ਉਹ ਆਪਣੇ ਆਪ ਨੂੰ ਦਿਲ ਹੀ ਦਿਲ ਵਿੱਚ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਕਮ ਅਜ਼ ਕਮ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖਲ ਕਰਾਉਣ ਦੀ ਮੈਂ ਸਿਆਣਪ ਕੀਤੀ ਸੀ। ਜਿਹੜੀ ਸ਼ਾਨ ਮੇਰੇ 4 ਮੁੰਡਿਆਂ ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ, ਉਹ ਇਕੱਲੇ ਨੇ ਵਿਖਾਈ ਹੈ। ਘਰ ਵੜਦਿਆਂ ਸਾਰ ਉਸ ਦੇਵਕੀ ਨੂੰ ਬੁਲਾਇਆ ਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਜੁਗਲ ਪ੍ਰਸਾਦ ਨੇ ਉਸਨੂੰ ਦੱਸਿਆ, ਜੋਤੀ ਦੀ ਮਾਂ, ਮੈਂ ਨਿੱਕਰ ਦਾ ਕੱਪੜਾ ਖਰੀਦ ਕੇ ਦਰਜੀ ਨੂੰ ਦੇ ਆਇਆ ਹਾਂ ਤੇ ਸ਼ਨੀਚਰਵਾਰ ਦੀ ਪੱਕੀ ਵੀ ਕਰ ਆਇਆ ਹਾਂ। ਤੂੰ ਇਹ ਬੂਟ, ਜਰਾਬਾਂ ਤੇ ਹਾਰ ਥੈਲੇ ਵਿੱਚ ਸੰਭਾਲ ਛੱਡ ਤੇ ਨਾਲੇ ਕਮੀਜ਼ ਕੱਲ੍ਹ ਜ਼ਰੂਰ ਬਣਾ ਛੱਡੀ। ਫਿਰ ਕੁਝ ਚੇਤੇ ਕਰਕੇ ਉਹ ਖੁਸ਼ੀ ਵਿੱਚ ਬੋਲਿਆ, ਜੋਤੀ ਦੀ ਮਾਂ, ਅੱਜ ਰੱਬ ਨੇ ਇੱਕ ਹੋਰ ਬੜਾ ਸਬੱਬ ਕਰ ਦਿੱਤਾ। ਮੈਂ ਜਦੋਂ ਇੱਥੋਂ ਛਪਦੀ ਅਖਬਾਰ ਦੇ ਦਫ਼ਤਰ ਕੋਲੋਂ ਦੀ ਲੰਘਿਆ ਤਾਂ ਖਿਆਲ ਆਇਆ ਕਿ ਪਤਾ ਕਰੀਏ ਜੇ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਵੀ ਪ੍ਰਬੰਧ ਹੋ ਸਕੇ।
ਜਿਉਂ ਹੀ ਮੈਂ ਅੰਦਰ ਵੜਿਆ, ਇੱਕ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ। ਮੈਂ ਉਸ ਨਾਲ ਗੱਲ ਜਾ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ 'ਤੇ ਉਹੀ ਜਾ ਰਿਹਾ ਸੀ। ਮੈਂ ਉਸ ਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਜਦੋਂ ਰਿਪਬਲਿਕ ਸਕੂਲ ਦਾ KG ਜਮਾਤ ਦਾ ਪ੍ਰਤੀਨਿਧੀ ਮੇਰਾ ਇਹ ਮੁੰਡਾ ਮੰਤਰੀ ਜੀ ਨੂੰ ਹਾਰ ਪਾਏ, ਉਹ ਫੋਟੋ ਜ਼ਰੂਰ ਖਿੱਚੇ। ਦੇਵਕੀ ਦੇ ਮੂੰਹ 'ਤੇ ਕੁਝ ਚਿੰਤਾ ਦੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾਂ ਕੋਈ ਫਰਕ ਪੈਣ ਦਿੱਤਿਆਂ ਉਹ ਝੱਟ ਬੋਲਿਆ, ਬਾਕੀ ਰਹੀ ਪੈਸਿਆਂ ਦੀ ਗੱਲ, ਫੋਟੋ ਬਣਨ ਤੇ 1 ਤਰੀਕ ਹੋ ਹੀ ਜਾਣੀ ਹੈ। ਭਲੀਏ ਲੋਕੇ, ਰੱਬ ਆਪ ਕਰਦਾ ਹੈ ਗਰੀਬਾਂ ਦਾ ਕੰਮ। ਹਾ ਹਾ ਹਾ। ਜੁਗਲ ਪ੍ਰਸਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰ ਕਹਿ ਗਿਆ ਤੇ ਫਿਰ ਕਦੀ ਕਦੀ ਪ੍ਰਾਪਤ ਹੋਈ ਖੁਸ਼ੀ ਦੇ ਅਜਿਹੇ ਅਵਸਰ ਤੋਂ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਕੇ ਦੂਰਾ ਹੋਣ ਲੱਗਾ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ, ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸਾਦ ਨੂੰ ਦਫ਼ਤਰ ਟੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਉਸਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ, ਫਿਰ ਜਾਂਚ ਕੀਤੀ। ਸਾਰਾ ਦਿਨ ਮਗਜ਼-ਪੱਚੀ ਕਰਕੇ ਗੁਆਂਢਣ ਦੀ ਮਸ਼ੀਨ ਤੇ ਸ਼ਾਮ ਤੱਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੀ। ਉਧਰ ਜੁਗਲ ਪ੍ਰਸਾਦ ਨੇ 2 ਘੰਟਿਆਂ ਦੀ ਛੁੱਟੀ ਲਈ ਅਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਵੀ ਤਰ੍ਹਾਂ ਉਸਨੂੰ ਵੀ ਨਿਮੰਤਰਣ ਪੱਤਰ ਮਿਲ ਸਕੇ, ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ। ਪਰ ਉਸਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ ਰਾਜਨੀਤਿਕ ਆਗੂ, ਅਮੀਰ ਲੱਖਪਤੀਏ, ਵੱਡੇ ਅਫਸਰ ਤੇ ਕੁਝ ਸੱਦੇ ਹੋਏ ਬੱਚੇ ਹੀ ਜਾ ਸਕਦੇ ਹਨ। ਉਹ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ। ਐਤਵਾਰ ਦਾ ਦਿਨ ਆਇਆ। ਅੱਜ ਸਾਰਾ ਟੱਬਰ ਜੋਤੀ ਉੱਤੇ ਮਾਣ ਕਰ ਰਿਹਾ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟੇ ਪਏ ਸੀ। ਕੋਈ ਉਸ ਨੂੰ ਸਾਬਣ ਮਲ ਨੂੰ ਆ ਰਿਹਾ ਸੀ, ਕੋਈ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ, ਕੋਈ ਉਸ ਦੀ ਕੰਘੀ ਪੱਟੀ ਤੇ ਆਹਰ ਪਾਰ ਵਿੱਚ ਜੁੜਿਆ ਹੋਇਆ ਸੀ। ਤਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦੀ ਇੰਤਜ਼ਾਰ ਵਿੱਚ ਸੀ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ, ਤਾਂ ਜੋ ਉਹ ਆਪਣੀ ਜ਼ੁਬਾਨੀ ਸਾਰੀ ਰੌਣਕ ਅਤੇ ਮਿਲੇ ਮਾਣ ਨੂੰ ਵਿਸਥਾਰ ਨਾਲ ਬਿਆਨ ਕਰ ਸਕੇ। ਜੁਗਲ ਪ੍ਰਸਾਦ 2 ਵਾਰ ਸੜਕ 'ਤੇ ਆਪ ਜਾ ਚੁੱਕਾ ਸੀ। ਬੱਚਿਆਂ ਨੂੰ ਵੇਖਣ ਲਈ ਸੜਕ 'ਤੇ ਭੇਜਣ ਦਾ ਤਾਂ ਅੰਤ ਹੀ ਕੋਈ ਨਹੀਂ ਸੀ, ਪਰ ਹਾਲਾਂ ਤੱਕ ਉਹ ਨਹੀਂ ਸੀ ਪਰਤਿਆ। ਅਖੀਰ ਉਸ ਦੂਰੋਂ ਵੇਖਿਆ ਉਸ ਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ। ਇਹ ਨਜ਼ਾਰਾ ਤੱਕ ਕੇ ਜੁਗਲ ਪ੍ਰਸਾਦ ਦੀਆਂ ਅੱਖਾਂ ਦਾ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿੱਚਦਿਆਂ ਉਹ ਗਦਗਦ ਹੋ ਕੇ ਬੋਲਿਆ, ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੋ ਹੋਇਆ, ਪ੍ਰਿੰਸੀਪਲ ਵੀ ਇਸ ਨਾਲ ਆਉਣਾ ਆਪਣਾ ਫਖਰ ਸਮਝਦੀ ਹੈ। ਉਹ ਵੇਖ, ਉਹ ਘੜੀ ਮੁੜੀ ਜੋਤੀ ਵੱਲ ਉੱਠ ਕੇ ਉਸ ਨੂੰ ਘੁੱਟਦੀ ਤੇ ਗੱਲਾਂ ਕਰਦੀ ਹੈ। ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਹਨਾਂ ਨੂੰ ਸੱਦਣ ਲਈ ਅੰਦਰ ਚਲੀ ਗਈ। ਪਰ ਨੇੜੇ ਆਉਣ 'ਤੇ ਜੁਗਲ ਪ੍ਰਸਾਦ ਨੇ ਵੇਖਿਆ ਜੋਤੀ ਡਸਕੋਰੇ ਭਰ ਰਿਹਾ ਸੀ। ਉਹ ਵੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ। ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਆਉਂਦਿਆਂ ਸਾਰ ਉਸ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ, ਮਿਸਟਰ ਜੁਗਲ ਪ੍ਰਸਾਦ, ਮੈਨੂੰ ਬਹੁਤ ਅਫਸੋਸ ਹੈ ਕਿ ਆਪ ਜੀ ਦੇ ਸਪੁੱਤਰ ਜੋਤੀ ਨੂੰ ਹਾਰ ਪਹਿਨਾਉਣ ਦਾ ਮਾਣ ਨਹੀਂ ਮਿਲ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ। ਮੈਂ ਤਾਂ ਉਸ ਦੀ ਇੱਕ ਨਾ ਸੁਣੀ, ਪਰ ਉਸ ਨੇ ਸਾਡੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰਵਾ ਲਿਆ। ਤੁਸੀਂ ਜਾਣਦੇ ਹੋ, ਮੈਂ ਤਾਂ ਇੱਕ ਮੁਲਾਜ਼ਮ ਹੀ ਹਾਂ। ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹ ਵਿੱਚ ਕਹਿ ਗਈ ਸੀ ਤੇ ਇਹ ਕਹਿ ਕੇ ਉਹ ਚਲਦੀ ਬਣੀ ਜਿਵੇਂ ਕੋਈ ਮੁਸਾਫਿਰ ਆਉਣ ਵਾਲੇ ਤੂਫਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ। ਜੁਗਲ ਪ੍ਰਸਾਦ ਲਈ ਜਿਵੇਂ ਕੜ ਪਾਟ ਗਿਆ ਹੋਵੇ। ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ। ਉਹ ਉੱਥੇ ਦਾ ਉੱਥੇ ਖਲੋਤਾ ਰਹਿ ਗਿਆ। ਉਸ ਇੰਜ ਮਹਿਸੂਸ ਕੀਤਾ ਜਿਵੇਂ ਕਿਸੇ ਮੋਟੀ ਗੋਗੜ ਵਾਲੇ ਨੇ ਉਸਦੇ ਅੰਦਰ ਪੈਟਰੋਲ ਛਿੜਕਣ ਪਿੱਛੋਂ ਤਿੱਲੀ ਬਾਲ ਕੇ ਉਸ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਫੂਕ ਦਿੱਤਾ ਹੈ।
ਅੱਗ ਦਾ ਲਾਂਬੂ ਉਸਦੇ ਰੋਮ ਰੋਮ ਵਿੱਚੋਂ ਨਿਕਲ ਕੇ ਉਸਨੂੰ ਸਾੜ ਰਿਹਾ ਸੀ। ਅਚਾਨਕ ਉਸਦੀਆਂ ਅੱਖਾਂ ਵਿੱਚ ਲਹੂ ਨਿਕਲ ਆਇਆ ਤੇ ਉਹ ਦ੍ਰਿੜਤਾ ਦੇ ਨਾਲ ਕੜਕਿਆ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਮੇਰੀ ਸੁੱਤੇ ਜ਼ਰੂਰਤ ਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜ਼ਰੂਰਤ ਕਰੇਗਾ। ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜਦੋਂ ਜੋਤੀ ਨੂੰ ਡਸਕੋਰੇ ਭਰਦਿਆਂ ਤੇ ਜੁਗਲ ਪ੍ਰਸਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਇਸ ਤਰ੍ਹਾਂ ਦੇ ਨਾਲ ਬੇਟਾ ਇਹ ਕਹਾਣੀ ਜਿਹੜੀ ਹੈ ਪੂਰੀ ਹੁੰਦੀ ਹੈ। ਇਸ ਕਹਾਣੀ ਦੇ ਵਿੱਚ ਕੁਝ ਸ਼ਬਦ ਆਏ ਨੇ ਵਿਉਂਤ। ਵਿਉਂਤ ਦਾ ਮਤਲਬ ਹੈ ਢੰਗ, ਤਰਕੀਬ। ਯਬਕਤੇ ਮਤਲਬ ਤਰਸਦੇ, ਤੇਜਸਵੀ ਹੁੰਦਾ ਹੈ ਰੋਬ ਵਾਲਾ, ਖੁਸ਼ੀ ਕਾਫੂਰ ਹੋ ਜਾਣਾ, ਖੁਸ਼ੀ ਉੱਡ ਜਾਣਾ। ਤੇ ਦ੍ਰਿੜਤਾ ਦਾ ਮਤਲਬ ਪੱਕਾ ਹੋਣਾ ਕਿਸੇ ਗੱਲ ਤੇ। ਆਯਾਸ਼ੀ ਦਾ ਮਤਲਬ ਹੁੰਦਾ ਫਜ਼ੂਲ ਖਰਚੀ ਕਰਨਾ। ਤੰਗੀ ਦਾ ਮਤਲਬ ਮੰਦਹਾਲੀ ਹੈ, ਗਰੀਬੀ। ਪਤਵੰਤੇ ਇੱਜ਼ਤ ਵਾਲੇ ਭਲੇ ਮਨਸ ਲੋਕਾਂ ਲਈ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਂਦਾ ਹੈ। ਇਹ ਜਿਹੜੀ ਕਹਾਣੀ ਜਦੋਂ ਖਤਮ ਹੁੰਦੀ ਹੈ ਤੇ ਇਸ ਕਹਾਣੀ ਦੇ ਖਤਮ ਹੋਣ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਹਾਣੀ ਦੇ ਵਿਸ਼ੇ ਅਤੇ ਕਹਾਣੀ ਦੇ ਉਦੇਸ਼ ਬਾਰੇ। ਹਾਂਜੀ ਬੱਚਿਓ, ਅਸੀਂ ਹੁਣ ਪੂਰੀ ਕਹਾਣੀ ਪੜ੍ਹ ਲਈ ਹੈ, ਸੁਣ ਲਈ ਹੈ। ਕਹਾਣੀ ਦੇ ਅਖੀਰਲੀਆਂ ਸਤਰਾਂ ਮੈਂ ਦੁਬਾਰਾ ਤੁਹਾਡੇ ਸਾਹਮਣੇ ਜੋ ਲਿਖੀਆਂ ਨੇ ਦੁਬਾਰਾ ਪੜ੍ਹਦੀ ਹਾਂ, ਜਿਹਦੇ ਵਿੱਚ ਪੂਰੀ ਕਹਾਣੀ ਦਾ ਜਿਹੜਾ ਸਿੱਟਾ ਹੈ, ਸਾਰੰਸ਼ ਹੈ, ਉਦੇਸ਼ ਜਿਹੜਾ ਉਹ ਪਿਆ। ਕੀ ਕਹਿੰਦਾ ਅਖੀਰਲੀਆਂ ਸਤਰਾਂ ਦੇ ਵਿੱਚ? ਜੁਗਲ ਪ੍ਰਸਾਦ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਆਪਣੀ ਗੱਲ ਕਰਦਾ ਉਹ, ਮੇਰਾ ਜਨਮ ਦਿਨ ਹੈ। ਕਿਸ ਦਾ? ਮੇਰੀ ਸੁੱਤੀ ਦਲੇਰੀ ਅਤੇ ਜ਼ੁਰਤ ਦਾ ਜਨਮ ਦਿਨ ਹੈ। ਹੁਣ ਮੈਂ ਵੇਖਾਂਗਾ ਕਿ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜ਼ਰੂਰਤ ਕਰੇਗਾ। ਇਹ ਜਿਹੜਾ ਅੰਤ ਹੈ ਕਹਾਣੀ ਦਾ ਸੁਵਿੰਦਰ ਸਿੰਘ ਉੱਪਲ ਦਾ, ਬਹੁਤ ਹੀ ਆਸ਼ਾਵਾਦੀ ਅੰਤ ਹੈ। ਆਸ਼ਾਵਾਦੀ ਭਾਵ ਜੋ ਕੁਝ ਇਸ ਕਹਾਣੀ ਦੇ ਵਿੱਚ ਵਾਪਰਿਆ ਉਹ ਦੁਬਾਰਾ ਨਾ ਵਾਪਰੇ, ਇਸ ਉਮੀਦ, ਇਸ ਆਸ ਦੇ ਉੱਤੇ ਜੁਗਲ ਪ੍ਰਸਾਦ ਤੋਂ ਇਹ ਜਿਹੜੀਆਂ ਸਤਰਾਂ ਖਵਾਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਦਾ ਸਮਾਂ ਨਹੀਂ ਹੋਏਗਾ ਜਿਸ ਦੇ ਵਿੱਚ ਜਿਹੜੇ ਗਰੀਬ ਨੇ ਉਹਨਾਂ ਦੀਆਂ ਸਦਰਾਂ, ਉਮੰਗਾਂ, ਇੱਛਾਵਾਂ ਨੂੰ ਕੋਈ ਭੰਨੇਗਾ, ਤੋੜੇਗਾ, ਲਿਤਾੜੇਗਾ। ਜੇਕਰ ਅਸੀਂ ਇਹਦੀ ਗੱਲ ਕਰੀਏ ਕਿ ਕਹਾਣੀ ਦੇ ਵਿੱਚ ਕਿਹੜੇ ਕਿਹੜੇ ਪੱਖ ਨੂੰ ਉਹਨੇ ਪੇਸ਼ ਕੀਤਾ ਹੈ, ਜਦੋਂ ਆਪਾਂ ਕਹਾਣੀ ਨੂੰ ਪੜ੍ਹਦੇ ਹਾਂ ਤਾਂ ਕਹਾਣੀ ਦਾ ਇੱਕ ਵਿਸ਼ਾ ਹੁੰਦਾ ਹੈ ਜਿਹੜੇ ਪਾਤਰਾਂ ਦੇ ਰਾਹੀਂ ਉਹਨੂੰ ਪੇਸ਼ ਕੀਤਾ ਜਾਂਦਾ ਹੈ, ਪਰ ਉਹਦੇ ਪਿੱਛੇ ਉਸਦਾ ਇੱਕ ਮਨੋਰਥ, ਉਦੇਸ਼ ਵੀ ਪਿਆ ਹੁੰਦਾ ਹੈ ਕਿ ਕਹਾਣੀ ਲਿਖਣ ਦੇ ਵਿੱਚ ਕਿਹੜੇ ਸਾਡੇ ਸਮਾਜ ਦੀਆਂ ਗੱਲਾਂ ਨੂੰ ਕਹਾਣੀਕਾਰ ਨੇ ਪੇਸ਼ ਕੀਤਾ। ਤਾਂ ਇੱਥੇ ਅਸੀਂ ਥੋੜੀ ਜਿਹੀ ਦੀ ਵੰਡ ਲੈ ਕੇ ਚੱਲਦੇ ਹਾਂ। ਸਭ ਤੋਂ ਪਹਿਲੀ ਗੱਲ ਉਹ ਕਰਦਾ ਆਰਥਿਕਤਾ ਦੀ। ਆਰਥਿਕਤਾ ਕਿ ਸਮਾਜ ਦੇ ਵਿੱਚ ਹਰ ਵਰਗ ਦੇ ਲੋਕਾਂ ਦੀ ਜਿਹੜੀ ਆਰਥਿਕਤਾ ਹੈ, ਆਰਥਿਕਤਾ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਬੇਟੇ, ਉਹ ਪੈਸੇ ਨਾਲ ਸੰਬੰਧਿਤ ਜਿਹੜੀ ਗੱਲ ਹੈ ਉਹ ਆਰਥਿਕ ਤੌਰ ਤੇ ਗਿਣੀ ਜਾਂਦੀ ਹੈ। ਜਿੱਦੋਂ ਸਾਨੂੰ ਆਮਦਨ ਤੇ ਖਰਚ ਜਿਹੜਾ ਉਹ ਸਾਡਾ ਆਰਥਿਕਤਾ ਦਾ ਹਿੱਸਾ ਹੈ। ਤਾਂ ਆਰਥਿਕਤਾ ਦੀ ਜਦੋਂ ਗੱਲ ਕਰਦਾ ਤਾਂ ਇਸ ਕਹਾਣੀ ਦੇ ਵਿੱਚ ਇਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਵਰਗ ਜਿਹੜੇ ਨੇ ਉਹ ਵੱਖ-ਵੱਖ ਨੇ। ਇੱਕ ਪਾਸੇ ਲਖਪਤ ਰਾਏ ਜਾਂ ਪ੍ਰਿੰਸੀਪਲ ਦਾ ਜਿਹੜਾ ਰੁਤਬਾ ਹੈ ਉਹਨਾਂ ਦੀ ਆਮਦਨ, ਤੇ ਦੂਜੇ ਪਾਸੇ ਜੁਗਲ ਪ੍ਰਸਾਦ ਦੀ ਜੇਕਰ ਆਮਦਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਦੋਨਾਂ ਵਿੱਚ ਬਹੁਤ ਵਖਰੇਵਾਂ ਪੈ ਜਾਂਦਾ ਹੈ, ਬਹੁਤ ਵੱਡਾ ਫਰਕ ਹੈ। ਲਖਪਤ ਰਾਏ ਇੱਕ ਚੰਗਾ ਸੇਠ ਹੈ ਜਿਹਦੇ ਕੋਲ ਬਥੇਰਾ ਪੈਸਾ ਹੈ, ਦੂਜੇ ਪਾਸੇ ਜੁਗਲ ਪ੍ਰਸਾਦ ਹੈ ਜੋ ਕਿ ਆਪਣੇ ਘਰ ਦਾ ਖਰਚ ਬੜੀ ਔਖੇ ਸੌਖੇ ਤਰੀਕੇ ਨਾਲ ਸਾਰਦਾ। ਤਾਂ ਇਸ ਆਰਥਿਕਤਾ ਨੂੰ ਉਹ ਪੇਸ਼ ਕਰਦਾ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਹੈ ਆਰਥਿਕ ਤੌਰ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਗੈਪ ਹੈ, ਬਹੁਤ ਪਾੜਾ ਹੈ। ਦੂਜੀ ਗੱਲ ਕਰਦਾ ਸਮਾਜ ਦੀ ਵਰਗ ਵੰਡ ਦੀ। ਸਮਾਜ ਦੀ ਵਰਗ ਵੰਡ ਵੀ ਆਰਥਿਕ ਤੌਰ ਤੇ ਹੀ ਪੇਸ਼ ਇਹਦੇ ਵਿੱਚ ਕੀਤੀ ਗਈ ਹੈ। ਇੱਕ ਗਰੀਬ ਤਬਕਾ ਤੇ ਦੂਜੇ ਪਾਸੇ ਅਮੀਰ ਤਬਕੇ ਦੀ ਗੱਲ ਕੀਤੀ ਗਈ ਹੈ। ਤੇ ਅਮੀਰ ਤਬਕੇ ਦੇ ਵਿੱਚੋਂ ਸਾਨੂੰ ਇਹਦਾ ਤੀਜਾ ਪੁਆਇੰਟ ਝਲਕਦਾ ਹੈ ਪੂੰਜੀਵਾਦੀ ਸਮਾਜ ਦੀ ਝਲਕ ਮਿਲਦੀ ਹੈ, ਜਿਹਦੇ ਵਿੱਚ ਜਿਹੜੇ ਸੇਠ ਲਖਪਤ ਰਾਏ ਵਰਗੇ ਲੋਕ ਨੇ ਉਹ ਆਪਣੀ ਸੱਤਾ ਤੇ ਸ਼ਕਤੀ ਦਾ ਜ਼ੋਰ ਵਿਖਾ ਕੇ
ਲੋਕਾਂ ਦੀਆਂ ਸੱਧਰਾਂ ਨੂੰ, ਲੋਕਾਂ ਦੀਆਂ ਉਮੰਗਾਂ ਨੂੰ, ਜਿਹੜੇ ਉਹਨਾਂ ਤੋਂ ਨਿਚਲੇ ਦਰਜੇ ਦੇ ਲੋਕ ਨੇ ਉਹਨਾਂ ਦੀਆਂ ਉਮੰਗਾਂ ਨੂੰ, ਆਸਾਂ ਨੂੰ ਕਿਸ ਤਰ੍ਹਾਂ ਦੇ ਨਾਲ ਮਿੰਟਾਂ ਦੇ ਵਿੱਚ ਲਤਾੜ ਦਿੰਦੇ ਨੇ। ਇਹ ਗੱਲ ਜਦੋਂ ਸਾਨੂੰ ਪਤਾ ਲੱਗਦੀ ਆ ਕਿ ਕਿਸ ਤਰ੍ਹਾਂ ਦੇ ਨਾਲ ਜੁਗਲ ਪ੍ਰਸਾਦ ਜੋਤੀ ਤੋਂ ਹਾਰ ਪਵਾਉਣ ਦੇ ਲਈ, ਉਸ ਮੰਤਰੀ ਦੇ ਜਨਮ ਦਿਨ ਤੇ ਹਾਰ ਪਾਉਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਹੱਥ ਪੈਰ ਮਾਰ ਕੇ, ਕਿੰਨੇ ਸਾਰੇ ਪਾਪੜ ਵੇਚ ਕੇ ਉਹ ਆਪਣੇ ਪੁੱਤਰ ਲਈ ਉਹ ਸਾਰੀਆਂ ਵਸਤੂਆਂ ਇਕੱਠੀਆਂ ਕਰਦਾ ਹੈ, ਕਿੰਨੀ ਔਖੀ ਤਰ੍ਹਾਂ ਹੋ ਕੇ ਉਹ ਸਾਰੇ ਬੰਦੋਬਸਤ ਕਰਦਾ ਹੈ ਕਿ ਉਸ ਦਾ ਪੁੱਤਰ ਜਿਹੜਾ ਹੈਗਾ ਹੈ, ਜਿਸ ਨੂੰ ਚੁਣਿਆ ਗਿਆ ਸੀ ਮੰਤਰੀ ਦੇ ਜਨਮ ਦਿਨ ਤੇ ਹਾਰ ਪਾਉਣ ਦੇ ਲਈ, ਕਿ ਉਹਨੂੰ ਮੈਂ ਸਟੇਜ ਦੇ ਉੱਤੇ ਇੱਕ ਚੰਗਾ ਸੋਹਣਾ ਬਣਾ ਕੇ ਭੇਜਾਂ ਜਿਹੋ ਜਿਹਾ ਉਸਦੇ ਸਕੂਲ ਨੇ ਕਿਹਾ। ਜਿਹੜਾ ਸਕੂਲ ਦਾ ਪੱਖ ਹੈ ਉਹ ਵੀ ਪੂੰਜੀਪਤੀ ਸਮਾਜ ਦੀ ਹੀ ਝਲਕ ਨੂੰ ਪੇਸ਼ ਕਰਦਾ। ਅੱਜ ਕੱਲ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਦਿਖਾਵਾ ਹੈ ਕਿਸੇ ਵੀ ਗੱਲ ਦਾ ਉਹ ਬਹੁਤਾ ਹੈ, ਜਿਹਦੇ ਕਰਕੇ ਖਰਚੇ ਵੀ ਬਹੁਤੇ ਨੇ। ਇਸੇ ਕਰਕੇ ਆਮ ਜਿਹੜਾ ਵਿਅਕਤੀ ਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਨਹੀਂ ਪੜ੍ਹਾ ਸਕਦਾ। ਤਾਂ ਇਹਦੇ ਵਿੱਚ ਜਦੋਂ ਉਹ ਗੱਲ ਪੇਸ਼ ਹੁੰਦੀ ਹੈ ਤਾਂ ਅਖੀਰਲੇ ਮੌਕੇ ਜਦੋਂ ਜੋਤੀ ਉੱਥੇ ਪਹੁੰਚਿਆ ਹੁੰਦਾ ਹੈ, ਇਹਨਾਂ ਸਭ ਕੁਝ ਕਰਨ ਤੋਂ ਬਾਅਦ ਲਖਪਤ ਰਾਏ ਸਿਰਫ ਆਪਣੀ ਸੱਤਾ ਤੇ ਸ਼ਕਤੀ ਦੇ ਜ਼ੋਰ ਦੇ ਉੱਤੇ ਕੀ ਕਰਦਾ ਹੈ, ਉਹਦੇ ਵਿੱਚ ਮੰਤਰੀ ਦੇ ਹਾਰ ਪਵਾਉਣ ਦੇ ਲਈ ਜੋਤੀ ਦੀ ਥਾਂ ਤੇ ਆਪਣੇ ਮੁੰਡੇ ਦਾ, ਆਪਣੇ ਬੱਚੇ ਦਾ ਨਾਮ ਬਦਲਾ ਦਿੰਦਾ ਹੈ। ਤੇ ਅਖੀਰ ਦੇ ਵਿੱਚ ਕੀ ਵਾਪਰਦਾ ਹੈ ਕਿ ਹਾਰ ਜੋਤੀ ਦੀ ਥਾਂ ਤੇ ਲਖਪਤ ਰਾਏ ਦਾ ਜਿਹੜਾ ਬੇਟਾ ਹੈ ਉਹ ਪਾ ਦਿੰਦਾ ਹੈ। ਤੇ ਇਹ ਗੱਲ ਜਦੋਂ ਜੁਗਲ ਪ੍ਰਸਾਦ ਨੂੰ ਪਤਾ ਲੱਗਦੀ ਹੈ, ਉਸ ਵੇਲੇ ਉਹਦੀ ਜ਼ਰੂਰਤ, ਉਹਦੀ ਦਲੇਰੀ ਜਾਗਦੀ ਹੈ। ਕਿਸ ਚੀਜ਼ ਲਈ ਉਹਦੀ ਦਲੇਰੀ ਜਾਗਦੀ ਹੈ ਕਿ ਇਹ ਜਿਹੜਾ ਪੂੰਜੀਵਾਦ ਸਮਾਜ ਹੈ, ਜ਼ੋਰ ਹੈ, ਸੱਤਾ ਹੈ, ਇਸ ਚੀਜ਼ ਤੋਂ ਮੈਂ ਘਬਰਾਉਣਾ ਨਹੀਂ, ਸਗੋਂ ਮੈਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿਖਾਉਣਾ ਹੈ ਕਿ ਮੈਂ ਏਦਾਂ ਦਾ ਨਹੀਂ ਹੋਣ ਦੇਣਾ ਕਿ ਕੋਈ ਸਾਡੀਆਂ ਸੱਧਰਾਂ ਨੂੰ, ਸਾਡੀਆਂ ਇੱਛਾਵਾਂ ਨੂੰ ਲਿਤਾੜ ਦੇ। ਸਗੋਂ ਅਸੀਂ ਆਪਣੇ ਹੱਕਾਂ ਦੇ ਲਈ ਲੜਨਾ ਹੈ ਤੇ ਲੜ ਕੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਇੱਕ ਸਟੈਂਡ, ਇੱਕ ਪਾਸੇ ਖੜਾ ਕਰਨਾ ਹੈ। ਇਹ ਜਿਹੜੀ ਗੱਲ ਹੈ ਇਹ ਵਰਗ ਵੰਡ ਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਜਾਂਦੀ ਹੈ ਤੇ ਆਰਥਿਕਤਾ ਨੂੰ, ਸਾਰਿਆਂ ਨੂੰ ਆਰਥਿਕ ਤੌਰ ਤੇ ਬਰਾਬਰ ਕਰਨ ਦੇ ਹੱਕ ਵਿੱਚ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਸਵਿੰਦਰ ਸਿੰਘ ਉੱਪਲ ਨੇ ਇਸ ਕਹਾਣੀ ਦੇ ਵਿੱਚ, ਇਸ ਵਿਸ਼ੇ ਦੇ ਰਾਹੀਂ ਬਹੁਤ ਸੌਖੇ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਇਹ ਸਮਝਣ ਦੀ ਜਿਹੜੀ ਹੈ ਜ਼ਰੂਰਤ ਦਿੱਤੀ ਆ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਸਮਾਜ ਦੇ ਵਖਰੇਵਿਆਂ ਨੂੰ ਸਮਝਣਾ ਹੈ ਤੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਇੰਨਾ ਬੋਲਡ, ਇੰਨਾ ਮਜ਼ਬੂਤ ਬਣਾਉਣਾ ਹੈ ਕਿ ਜੇਕਰ ਤੁਹਾਡੇ ਸਾਹਮਣੇ ਹਾਲਾਤ ਐਵੇਂ ਦੇ ਪੈਦਾ ਹੋਣ ਕਿ ਤੁਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਵਿਚਰਨਾ ਹੈ ਤਾਂ ਤੁਹਾਨੂੰ ਫੈਸਲੇ ਲੈਣੇ ਬਹੁਤੇ ਔਖੇ ਨਾ ਹੋਣ। ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ, ਇੰਨਾ ਮਜ਼ਬੂਤ ਕਰ ਸਕੋ ਕਿ ਤੁਸੀਂ ਸਮਾਜ ਦੀਆਂ ਇਹਨਾਂ ਸਾਰੀਆਂ ਤੰਦਾਂ ਨੂੰ ਸਮਝ ਸਕੋ। ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਸਮਝ ਆ ਗਈ ਹੋਵੇਗੀ, ਪਰ ਫਿਰ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਪ ਨੂੰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਪੁੱਛ ਸਕਦੇ ਹੋ। ਤੇ ਨਾਲ ਦੀ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ, ਤਾਂ ਜੋ ਤੁਹਾਨੂੰ ਆਉਣ ਵਾਲੀ ਜਿਹੜੀ ਵੀਡੀਓਜ਼ ਹੈ ਉਹਨਾਂ ਬਾਰੇ ਨਾਲ ਦੀ ਨਾਲ ਨੋਟੀਫਿਕੇਸ਼ਨ ਮਿਲਦੀ ਰਹੇ। ਤੁਹਾਡੇ ਸੁਝਾਵਾਂ ਦੀ ਵੀ ਮੈਨੂੰ ਹਮੇਸ਼ਾ ਉਡੀਕ ਰਹੇਗੀ। ਧੰਨਵਾਦ।